ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਈ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਚਾਈ ਲੱਗ ਰਹਿਆ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਨੀ ਮਰਦ ਅਗੰਮੜੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ।
ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਦਿਆਂ ਸਤਿਗੁਰੂ ਜੀ ਦੀ ਮਹਾਨ ਗੁਰਸੰਗਤ ਅੰਦਰ ਸੱਜ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਦਿਆਂ ਜੀਵਨ ਦੀਆਂ ਘੜੀਆਂ ਸਮੇਂ ਸੁਆਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਸਥਾਨ 'ਤੇ ਸਵੇਰ ਦੇ ਦੀਵਾਨ ਅੰਦਰ ਅੰਮ੍ਰਿਤ ਬਾਣੀ, ਧੁਰ ਕੀ ਬਾਣੀ, ਦਰਗਾਹੀ ਬਾਣੀ ਦੀ ਲੜੀਵਾਰ ਵਿਚਾਰ ਹੁੰਦੀ ਹੈ। ਇਸ ਪਾਵਨ ਲੜੀਵਾਰ ਵਿਚਾਰ ਦੇ ਦੁਆਰਾ ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ 70 ਔਰ 71 ਅੰਗ ਦੇ ਉੱਪਰ ਇਹ ਪਾਵਨ ਉਪਦੇਸ਼ ਸ਼ਬਦ ਉਚਾਰਨ ਕੀਤਾ ਹੈ, ਜਿਸ ਦੇ ਪਹਿਲੇ 4 ਬੰਦ ਗੁਰੂ ਕੀਆਂ ਸਿੱਖ ਸੰਗਤਾਂ ਨੇ ਜੋ ਰੋਜ਼ਾਨਾ ਹਾਜ਼ਰੀ ਭਰਦੇ ਤਿਸ ਦੀ ਵਿਚਾਰ ਸਰਵਣ ਕੀਤੀ ਹੈ। ਪਹਿਲੇ 4 ਬੰਦਾਂ 4 ਪਦਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ, ਉਸ ਦੇ ਨਾਮ ਜਪ ਸਿਮਰਨ ਦੀ ਮਹਾਨਤਾ ਨੂੰ ਕਥਨ ਕਰਦਿਆਂ ਹੋਇਆਂ ਸੰਸਾਰ ਦੇ ਵਿੱਚ ਆਉਂਦੇ ਉਤਰਾ ਚੜ੍ਹਾਅ, ਦੁੱਖ, ਚਿੰਤਾ, ਫਿਕਰ, ਗਮ, ਤੌਖਲੇ, ਸਹਿਮ, ਸੰਸੇ, ਦੁਸ਼ਵਾਰੀਆਂ ਜੋ ਮਨੁੱਖ ਨੂੰ ਖੱਜਲ ਖੁਆਰ ਕਰਦੇ, ਦੁਖੀ, ਪਰੇਸ਼ਾਨ, ਲਾਚਾਰ ਅਤੇ ਬੇਵਸ ਕਰਦੇ ਹਨ। ਕਿਉਂਕਿ ਜਿੰਨਾ ਚਿਰ ਮਨੁੱਖ ਸੰਸਾਰ ਵਿੱਚ ਹੈ, ਵਿਦਵਾਨ ਸੱਜਣ ਕਹਿੰਦੇ ਕਿ ਜ਼ਿੰਦਗੀ ਨਾਮ ਹੀ ਸੰਘਰਸ਼ ਦਾ ਹੈ, ਜ਼ਿੰਦਗੀ ਇੱਕ ਘੋਲ ਹੈ ਅਤੇ ਇਸ ਜ਼ਿੰਦਗੀ ਦੇ ਵਿੱਚ ਜਿੱਤਾਂ ਅਤੇ ਹਾਰਾਂ ਚੱਲਦੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਜਦੋਂ ਕਿਤੇ ਜ਼ਿੰਦਗੀ ਦੇ ਮੋੜ 'ਤੇ ਮਨੁੱਖ ਨੂੰ ਅਤੀ ਮੁਸ਼ਕਲ ਬਣ ਜਾਏ, ਕਿਹੋ ਜਿਹੀ ਮੁਸ਼ਕਲ ਹੋਵੇ, ਔਖਾ ਸਮਾਂ, ਕਠਿਨ ਸਮਾਂ ਕਿਹੋ ਜਿਹਾ ਵਰਤੇ ਕਿ ਕੋਈ ਢੋਈ ਦੇਣ ਵਾਲਾ ਨਾ ਰਹੇ, ਆਸਰਾ ਹੀ ਨਾ ਦੇਵੇ, ਕੋਈ ਬਾਂਹ ਫੜਨ ਵਾਲਾ ਨਾ ਹੋਵੇ, ਕੋਈ ਸੱਜਣ ਮਿੱਤਰ ਫੋਕਾ ਧਰਵਾਸਾ ਵੀ ਨਾ ਦੇਣ, ਫਿਰ ਕੀ ਹੋਇਆ, ਭੀੜਾਂ ਮਨੁੱਖ 'ਤੇ ਹੀ ਪੈਂਦੀਆਂ ਹਨ। ਮੈਂ ਤੇਰੀ ਸਹਾਇਤਾ ਕਰਦਾ ਹਾਂ ਜਿੰਨੇ ਜੋਗਾ ਹਾਂ, ਪਰ ਇਹੋ ਜਿਹੇ 2-4 ਲਫ਼ਜ਼ ਕਹਿਣ ਵਾਲਾ ਵੀ ਕੋਈ ਬੰਦਾ ਨਾ ਟੱਕਰੇ, ਕੋਈ ਨਾ ਮਿਲੇ, ਢੋਈ ਕੋਈ ਆਸਰਾ ਨਾ ਦੇਵੇ, ਕੋਈ ਸਹਾਰਾ ਨਾ ਦੇਵੇ। ਦੁਸ਼ਮਣ ਸਾਰੇ ਲਾਗੂ ਹੋ ਜਾਣ, ਪਿੱਛੇ ਪੈ ਜਾਣ, ਵੈਰ ਕਮਾਉਣ ਲੱਗ ਪੈਣ, ਰਿਸ਼ਤੇਦਾਰ ਸੱਜਣ ਵੀ ਸਾਰੇ ਪਿਛਾਂਹ ਹਟ ਜਾਣ, ਦੂਰ ਭੱਜ ਕੇ ਖਲੋ ਜਾਣ, ਕੋਈ ਆਸਰਾ ਕੋਈ ਸਹਾਰਾ ਨਜ਼ਰ ਨਾ ਆਵੇ, ਚੁੱਕੈ ਸਭ ਅਸਰਾਓ। ਇੱਕ ਹੁੰਦਾ ਆਸਰਾ, ਇੱਕ ਹੁੰਦਾ ਅਸਰਾਓ। ਆਸਰਾ ਹੁੰਦਾ ਹੈ ਮਾਂ ਬਾਪ ਦਾ, ਭੈਣ ਭਰਾ ਦਾ। ਅਸਰਾਓ ਹੁੰਦਾ ਹੈ ਸਹੁਰੇ ਦਾ, ਸੱਸ ਦਾ, ਸਾਲੇ ਦਾ, ਸਾਲੀਆਂ ਦਾ। ਇਹਨੂੰ ਅਸਰਾਓ ਕਹਿੰਦੇ ਹਨ। ਭਾਵੇਂ ਕਿ ਦੋਵਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ, ਆਸਰਾ, ਸਹਾਰਾ ਅਤੇ ਢੋਈ। ਇੱਕ ਨੇੜੇ ਦਾ ਆਸਰਾ ਹੈ, ਇੱਕ ਥੋੜ੍ਹਾ ਜਿਹਾ ਦੂਰ ਦਾ ਆਸਰਾ ਹੈ। ਇੱਕ ਆਪਣੇ ਮਾਂ ਬਾਪ ਵੱਲੋਂ ਹੈ, ਇੱਕ ਆਪਣੇ ਸਹੁਰੇ ਪਰਿਵਾਰ ਵੱਲੋਂ, ਇਹ ਵੀ ਆਸਰਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆਸਰੇ ਸਾਰੇ ਨਖੁੱਟ ਜਾਣ, ਟੁੱਟ ਜਾਣ, ਮੁੱਕ ਜਾਣ। ਬੰਦਾ ਇਹੋ ਜਿਹੀ ਘੁੰਮਣ ਘੇਰੀ ਵਿੱਚ ਫਸ ਜਾਏ ਕਿ ਕੋਈ ਸਹਾਰਾ ਹੀ ਨਾ ਮਿਲੇ। ਇਹੋ ਜਿਹੀ ਵਿਪਤਾ ਦੇ ਔਖੇ ਸਮੇਂ ਚੇਤੇ ਆ ਜਾਵੇ ਅਕਾਲ ਪੁਰਖ ਸਤਿਨਾਮ ਸ੍ਰੀ ਵਾਹਿਗੁਰੂ, ਤਾਂ ਸਾਹਿਬ ਕਹਿੰਦੇ ਲੱਗੇ ਨਾ ਤੱਤੀ ਵਾਓ।
ਤੱਤੀ ਵਾਲ ਲੱਗਣ ਦਾ ਅਰਥ ਹੈ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਲੱਗੇਗਾ। ਗਰਮ ਹਵਾ ਦਾ ਬੁੱਲਾ ਇੱਕ ਦੁੱਖ ਦਾ ਪ੍ਰਤੀਕ ਹੈ। ਦੁੱਖ ਆ ਕੇ ਨਹੀਂ ਲੱਗੇਗਾ, ਆਵੇਗਾ ਵੀ ਦੁਖੀ ਨਹੀਂ ਕਰੇਗਾ, ਫੇਰਾ ਪਾ ਕੇ ਚਲਿਆ ਜਾਏਗਾ। ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਕਿਹੋ ਜੀ ਹੈ, ਸਾਹਿਬ ਨਿਤਾਣਿਆਂ ਕਾ ਤਾਨ। ਕਿਤੇ ਬਾਣੀ 'ਚ ਨਹੀਂ ਲਿਖਿਆ ਕਿ ਉਹ ਹੰਕਾਰੀਆਂ ਨੂੰ ਜਾਂ ਵੱਡੇ ਵੱਡੇ ਰਾਜਿਆਂ ਨੂੰ ਮਾਣ ਦਿੰਦਾ ਹੈ, ਨਹੀਂ। ਉਹ ਨਿਤਾਣਿਆਂ, ਨਚੀਜਿਆਂ ਨੂੰ, ਨਿਮਾਣਿਆਂ ਨੂੰ ਮਾਣ ਬਖਸ਼ ਦਿੰਦਾ, ਆਸਰਾ ਦਿੰਦਾ ਹੈ। ਉਸ ਦੀ ਹਸਤੀ, ਉਸ ਦੀ ਸ਼ਕਤੀ, ਉਸ ਦੀ ਸਮਰੱਥਾ, ਉਸ ਦਾ ਬਲ ਆਏ ਨਾ ਜਾਈ ਥਿਰ ਸਦਾ, ਨਾ ਕਿਤੇ ਆਉਂਦਾ ਨਾ ਜਾਂਦਾ, ਸਦਾ ਵਿਆਪਕ ਤੇ ਸਥਿਰ ਰਹਿੰਦਾ ਹੈ। ਕਿਉਂਕਿ ਉਹ ਆਪ ਵਿਆਪਕ ਹੈ, ਉਹਨੂੰ ਕਿਤਿਓਂ ਬਲ ਸ਼ਕਤੀ ਲੈ ਕੇ ਆਉਣ ਦੀ ਲੋੜ ਨਹੀਂ, ਫਿਰ ਘੱਲਣ ਦੀ ਲੋੜ ਨਹੀਂ ਕਿ ਹੁਣ ਸ਼ਕਤੀ ਦੀ ਲੋੜ ਨਹੀਂ, ਚਲੀ ਜਾਵੇ, ਨਹੀਂ। ਇਹ ਸਭ ਕੁਛ ਕਿਵੇਂ ਜਾਣਿਆ, ਪਛਾਣਿਆ, ਸਮਝਿਆ ਜਾਂਦਾ? ਸਾਹਿਬ ਕਹਿੰਦੇ ਗੁਰ ਸ਼ਬਦੀ ਸੱਚ ਜਾਣ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਉਪਦੇਸ਼ ਦੁਆਰਾ ਇਸ ਨੂੰ ਸੱਚ ਕਰਕੇ ਜਾਣ ਲਓ ਭਾਈ, ਸੱਚ ਸਰੂਪ ਨੂੰ ਸਮਝ ਲਓ। ਫਿਰ ਅਗਲਾ ਬੰਦ ਹੈ, ਜੇ ਕੋਈ ਦੁਬਲਾ, ਨੰਗਾ, ਭੁੱਖਾ, ਪੀੜਾਂ ਦਾ ਗਰਸਿਆ ਹੋਵੇ। ਦੁਬਲਾ ਕਹਿੰਦੇ ਨੇ ਕਮਜ਼ੋਰ ਨੂੰ, ਜਿਹੜਾ ਹਰ ਪੱਖ ਤੋਂ ਕਮਜ਼ੋਰ ਹੋਵੇ, ਸਮਾਜ ਦੇ ਅੰਦਰ ਸਰੀਰਕ ਪੱਖ ਤੋਂ, ਮਾਨਸਿਕ ਪੱਖ ਤੋਂ, ਆਤਮਿਕ ਪੱਖ ਤੋਂ, ਪਰਿਵਾਰਕ ਪੱਖ ਤੋਂ, ਹਰ ਤਰ੍ਹਾਂ ਨਾਲ ਹੀ ਲਿਤਾੜਿਆ ਹੋਵੇ, ਦਬਾਇਆ ਹੋਵੇ, ਲੋਕਾਂ ਦੀ ਨਿਗਾਹ ਵਿੱਚ ਉਹ ਨੰਗਾ ਭੁੱਖਾ ਹੋਵੇ, ਕੰਗਾਲ ਹੋਵੇ, ਪੀੜਾ ਦੇ ਨਾਲ ਭਰਿਆ ਹੋਇਆ ਜੀਵਨ ਹੋਵੇ, ਕੋਈ ਦਮੜਾ ਉਹਦੇ ਪੱਲੇ ਨਾ ਪਵੇ, ਕੋਈ ਪੈਸਾ ਉਹਨੂੰ ਦਵੇ ਨਾ ਕਿ ਆਪਣਾ ਕੰਮ ਸਾਰ ਲਵੇ। ਪੈਸੇ ਤਾਂ ਦੂਰ ਦੀ ਦੇਣ ਦੀ ਗੱਲ, ਕੋਈ ਧੀਰਜ ਵੀ ਨਾ ਦਵੇ, ਹੌਸਲਾ ਹੀ ਨਾ ਦਵੇ, ਕੋਈ ਗੱਲ ਨਹੀਂ। ਉਹ ਬੰਦਾ ਕੋਈ ਸਵਾਰਥ ਨਾ ਕਰੇ, ਨਾ ਕੋਈ ਸੁਭਾਅ ਕਰੇ, ਕੋਈ ਆਪਣਾ ਕੋਈ ਬਗਾਨਾ ਕੋਈ ਕੰਮ ਨਾ ਕਰ ਸਕੇ, ਕੋਈ ਕੰਮ ਉਹਦੇ ਕੋਲੋਂ ਨਾ ਹੋਵੇ, ਉਸਨੂੰ ਮਾਲਕ ਚੇਤੇ ਆ ਜਾਵੇ ਤੇ ਨਿਹਚਲ ਰਾਜ ਭਾਗ ਦੀ ਪ੍ਰਾਪਤੀ ਹੋ ਜਾਂਦੀ। ਜਿਹੜਾ ਚਲਾਏ ਮਾਨ ਨਹੀਂ ਹੁੰਦਾ, ਸਦਾ ਸਦੀਵੀ ਤੇ ਅਟਲ ਹੈ। ਤੀਜੇ ਬੰਦ ਵਿੱਚ ਦੱਸਿਆ ਕਿ ਜਿਸ ਬੰਦੇ ਨੂੰ ਚਿੰਤਾ ਬੜੀ ਹੋਵੇ, ਚਿੰਤਾ 'ਚ ਗਰਸਿਆ, ਲਪੇਟਿਆ, ਫਸਿਆ, ਖਚਤ ਹੋਵੇ, ਸਰੀਰ ਦੇਹੀ ਰੋਗਾਂ, ਦੁੱਖਾਂ, ਦਰਦਾਂ ਨਾਲ ਭਰੀ ਹੋਵੇ, ਰੋਗ ਹੀ ਰੋਗ, ਇੱਕ ਬਿਮਾਰੀ ਹਟੇ ਨਾ ਦੂਜੀ ਲੱਗ ਜਾਏ, ਐਸਾ ਵੀ ਹੁੰਦਾ। ਇੱਕ ਰੋਗ ਅਜੇ ਠੀਕ ਨਹੀਂ ਹੋਇਆ, ਕੋਈ ਟੈਸਟ ਕਰਵਾਇਆ, ਦੂਜਾ ਆ ਗਿਆ, ਇਹਨੂੰ ਕਹਿੰਦੇ ਦੇਹੀ ਵਿਆਪੈ ਰੋਗ। ਫਿਰ ਗ੍ਰਸਤ ਦੇ ਵਿੱਚ ਗਿਰਸਤ, ਕੁਟੰਬ, ਪਲੇਟਿਆ। ਗ੍ਰਸਤ ਬਾਰੇ ਸਾਹਿਬਾਂ ਦਾ ਬਚਨ ਹੈ ਪਾਵਨ ਬਾਣੀ ਦੇ ਅੰਦਰ, ਪੁੱਤਰ ਕਲੱਤਰ ਗਿਰਸਤ ਕਾ ਫਾਸਾ, ਹੋਣ ਨਾ ਪਾਈਏ ਰਾਮ ਕੇ ਦਾਸ। ਇਹਨੂੰ ਫਾਹੀ ਲਿਖਿਆ ਹੈ। ਇਹ ਵੀ ਨਾਲ ਕਹਿ ਦਿੱਤਾ ਵਿੱਚੇ ਗ੍ਰਸਤ ਉਦਾਸ ਰਹਾਵੇ, ਸਿੱਖ ਸੇਵਕ ਕਿਹੋ ਜਿਹਾ ਹੋਵੇ, ਆਪਣੇ ਕੁਟੰਬ ਕਬੀਲੇ ਵਿੱਚ ਪਲੇਟਿਆ, ਲਪੇਟਿਆ, ਫਸਿਆ ਹੋਵੇ, ਪਦਾਰਥ ਚਾਰ ਕੋ ਲਾ ਕੇ ਖੁਸ਼ ਹੋ ਗਿਆ, ਚਲੇ ਗਏ, ਸੋਗ ਵਿਆਪਿਆ ਗਿਆ, ਕਦੇ ਹਰਖ ਕਦੇ ਸੋਗ, ਖੁਸ਼ੀ ਤੇ ਗਮੀ ਵਿੱਚ ਹਮੇਸ਼ਾ ਹੀ ਫਸਿਆ ਰਵੇ। ਉਤਰਾ ਚੜਾ ਜ਼ਿੰਦਗੀ ਦੇ ਚੱਲਦੇ ਰਹਿਣ, ਜੋ ਬੰਦੇ ਨੂੰ ਆਪਣੇ ਵਹਿਣ ਵਿੱਚ ਰੋੜਦੇ ਰਹਿਣ, ਕਦੀ ਖੁਸ਼ੀ ਕਦੀ ਗਮੀ। ਇੱਥੋਂ ਤੱਕ ਕਿ ਗਾਉਣ ਕਰੇ ਚੌਂਕੁੰਟਕਾ। ਗਾਉਣ ਹੁੰਦਾ ਗਮਨ ਕਰਨਾ, ਭੱਜੇ ਫਿਰਨਾ, ਤੁਰੇ ਫਿਰਨਾ, ਭਟਕਦੇ ਫਿਰਨਾ, ਚੌਵਾਂ ਕੁੰਟਾਂ ਵਿੱਚ। ਇੱਕ ਘੜੀ 24 ਮਿੰਟ ਦਾ ਸਮਾਂ ਨੂੰ ਨਾ ਬਹਿਣਾ ਮਿਲੇ, ਨਾ ਸੋਏ ਸੌਣਾ ਮਿਲੇ। ਇਹੋ ਜਿਹੇ ਬੰਦੇ ਨੂੰ ਰੱਬ ਚੇਤੇ ਆ ਜਾਏ, ਉਹਦਾ ਤਨ ਤੇ ਮਨ ਸੀਤਲ ਠੰਡਾ ਹੋ ਜਾਂਦਾ। ਨਹੀਂ ਤਾਂ ਜਿਵੇਂ ਆਮ ਬੰਦੇ ਨੇ ਸਮਝਿਆ ਹੈ ਕਿ ਗਰਮੀ ਦਾ ਮੌਸਮ ਚੱਲਦਾ ਜੀ, ਚੰਦਨ ਰਗੜ ਕੇ ਪੀ ਲਓ, ਕੋਈ ਠੰਡਾ ਲੇਪ ਕਰ ਲਓ। ਚੰਦਰਮੇ ਦੀਆਂ ਕਿਰਨਾਂ ਵਿੱਚ ਬੜੀ ਠੰਡ ਹੈ ਕਹਿੰਦੇ। ਹੋਰ ਬੜੀਆਂ ਵਸਤੂਆਂ ਨੇ, ਏਅਰ ਕੰਡੀਸ਼ਨ ਲਾ ਕੇ ਮੌਸਮ ਅਨੁਕੂਲ ਕਰ ਲਓ। ਗੁਰੂ ਸਾਹਿਬ ਕਹਿੰਦੇ ਜੋ ਮਰਜ਼ੀ ਕੋਈ ਕਰ ਲੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ।
ਅੰਦਰ ਦੀ ਸੀਤਲਤਾ ਨਾਮ ਜਪ ਸਿਮਰਨ ਦੁਆਰਾ ਹੁੰਦੀ, ਜਦੋਂ ਚਿੱਤ ਆਵੈ ਉਸ ਪਾਰ ਬ੍ਰਹਮ। ਅੱਗੇ ਔਗਣ ਬੁਰਾਈਆਂ ਨੇ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਵਾਸ਼ਨਾਵਾਂ ਦਾ ਬੱਧਾ ਹੋਇਆ ਉਹਦਾ ਮਨ ਹੋਵੇ, ਨਿੱਕੀ ਨਿੱਕੀ ਗੱਲ ਤੋਂ ਖਿੱਚਦਾ ਹੋਵੇ, ਕ੍ਰੋਧੀ ਹੋਵੇ, ਮੋਹ ਨੇ ਉਹਨੂੰ ਵਸ ਵਿੱਚ ਕੀਤਾ ਹੋਵੇ, ਨਾ ਵਾਸ਼ਨਾ ਦੇ ਅਧੀਨ ਹੋਵੇ। ਪੈਸੇ ਜਿੰਨੇ ਮਰਜ਼ੀ ਕੋਲ ਹੋਣ ਪਰ ਹਰ ਕੇ ਅਰਥ ਕੋਈ ਖਰਚ ਨਾ ਸਾਕੇ। ਕਿਰਪਨ ਹੁੰਦੇ ਕੰਜੂਸ ਨੂੰ, ਕੰਜੂਸ ਹੋਵੇ। ਸੂਮੇ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ। ਜਮ ਕਾ ਡੰਡ ਮੂੰਡ ਮੈਂ ਲਾਗੈ, ਤੋ ਖਿਨ ਮੈਂ ਕਰੇ ਨਬੇਰਾ। ਇੱਥੋਂ ਤੱਕ ਕਿਸੇ ਮਨੁੱਖ ਨੇ ਚਾਰੇ ਕਿਲ ਵਿਖੁਨ ਅੱਗ ਕੀਏ ਹੋਆ ਅਸੁਰ ਸੰਗਾਰ। ਚਾਰ ਬੱਜਰ ਪਾਪ ਕੀਤੇ ਹੋਣ, ਬ੍ਰਾਹਮਣ ਕੈਲੀ ਘਾਤ ਕੰਜਕਾ, ਅਨਚਾਰੀ ਕਾ ਤਾਨ। ਇਹ ਚਾਰ ਪਾਪ ਨੇ। ਰੱਬ ਦੇ ਪਿਆਰੇ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ, ਕੈਲੀ ਗਾਂ ਨੂੰ ਮਾਰ ਦੇਣਾ, ਕੰਜਕਾ ਲੜਕੀ ਨੂੰ ਮਾਰ ਦੇਣਾ, ਅਨਚਾਰੀ ਜਿਹਦਾ ਚਰਨ ਚੰਗਾ ਨਹੀਂ ਉਹਦੇ ਘਰੋਂ ਖਾਣਾ ਪੀਣਾ। ਇਹ ਚਾਰ ਪਾਪ ਹਨ ਜਿਹੜੇ ਬਾਣੀ 'ਚ ਲਿਖੇ ਨੇ। ਇਹੋ ਜਿਹੇ ਚਾਰ ਪਾਪ ਕਿਸੇ ਨੇ ਕੀਤੇ ਹੋਣ, ਦੈਂਤ ਬਿਰਤੀ ਵਾਲਾ ਮਾਰਨ ਦੇ ਯੋਗ ਹੋਵੇ। ਇਹੋ ਜਿਹਾ ਵਿਅਕਤੀ ਜਿਹਨੇ ਕਦੇ ਕੋਈ ਧਾਰਮਿਕ ਗ੍ਰੰਥ ਨਾ ਪੜ੍ਹਿਆ ਸੁਣਿਆ ਹੋਵੇ, ਰੱਬ ਦੇ ਗੀਤ ਨਾ ਗਾਏ ਹੋਣ। ਰਸਨਾ ਗੋਬਿੰਦ ਸਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਰੱਬ ਦੇ ਗੀਤ ਸਿਫਤ ਸਲਾਹ ਨਹੀਂ ਕਦੇ ਕੀਤੀ, ਕਦੇ ਕੋਈ ਕਾਵ ਰਚਨਾ ਮਾਲਕ ਦੀ ਸਿਫਤ ਅੰਦਰ ਨਹੀਂ ਉਚਾਰੀ, ਨਹੀਂ ਪੜ੍ਹੀ। ਇਹੋ ਜਿਹੇ ਬੰਦੇ ਨੂੰ ਪਰਮਾਤਮਾ ਚੇਤੇ ਆ ਜਾਏ, ਇੱਕ ਨਿਮਖ ਲੱਗਦਾ ਸੰਸਾਰ ਤੋਂ ਤਰਨ ਲੱਗਿਆ। ਅੱਗੇ ਅਗਲੇ ਜਿਹੜੇ ਬੰਦ ਨੇ ਉਹਨਾਂ ਵਿੱਚ ਉਸ ਤੋਂ ਬਿਲਕੁਲ ਉਲਟ ਦੱਸਿਆ ਹੈ। ਸੋ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ, ਇੱਕ ਇੱਕ ਪੰਕਤੀ ਬੜੀ ਵਿਚਾਰਨਯੋਗ ਹੈ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ, ਬਾਣੀ ਦੇ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਗੁਰਮੰਤਰ ਦਾ ਜਾਪ ਕਰੀਏ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਸਤ ਸਿਮਰਤ ਬੇਦ ਚਾਰ, ਮੁਖਾਗਰ ਵਿਚਰੇ। ਪਹਿਲਾਂ ਸਾਹਿਬਾਂ ਨੇ ਦੁੱਖਾਂ ਦਰਦਾਂ ਤਕਲੀਫਾਂ ਦੁਸ਼ਵਾਰੀਆਂ ਨਾਲ ਭਰੇ ਹੋਏ, ਔਗੁਣਾਂ ਨਾਲ ਭਰੇ ਹੋਏ ਜੀਵਨ ਦਾ ਜ਼ਿਕਰ ਕਰਕੇ ਸਮਝਾਇਆ ਹੈ ਕਿ ਇਹੋ ਜਿਹੇ ਬੰਦੇ ਨੂੰ ਪਰਮਾਤਮਾ ਚੇਤੇ ਆ ਜਾਏ ਉਹ ਤਰ ਜਾਂਦਾ ਹੈ, ਉਹ ਬੰਦਾ ਚੰਗਾ ਹੈ, ਉੱਤਮ ਹੈ। ਹੁਣ ਉਸ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਬਿਲਕੁਲ ਉਸ ਤੋਂ ਉਲਟ ਹੈ। ਉਹ ਕਿਹੜਾ ਹੈ? ਸਾਸਤ। ਸਾਸਤ ਨਾਮ ਹੁੰਦਾ ਹੈ ਧਾਰਮਿਕ ਗ੍ਰੰਥ ਦਾ, ਉਹ ਗ੍ਰੰਥ ਜਿਹਦੇ ਵਿੱਚੋਂ ਭਲੇ ਵਾਲੀ ਉੱਤਮ ਸਿੱਖਿਆ ਮਿਲਦੀ ਹੋਵੇ। ਉਹ ਕੋਈ ਵੀ ਗ੍ਰੰਥ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ ਹੈ। ਵੈਸੇ ਹਿੰਦੂ ਮਤ ਦੇ ਵਿੱਚ 6 ਗ੍ਰੰਥ ਉਹਨਾਂ ਨੂੰ ਸਾਸਤ ਕਹਿੰਦੇ ਹਨ। ਸ਼ਾਖ ਸ਼ਾਸਤਰ ਹੈ, ਸ਼ਾਸਤਰ ਹੈ,
न्याय शास्त्र है, वैशेषिक शास्त्र है, योग शास्त्र है, पतंजलि जिन्हों योग दर्शन कहिंदे। पंजवां छेवां है वेदांत, व्यास रिखी जी का लिखिया। सो इसे तरह एक मीमांसा शास्त्र है जो जैमनी मुनि का लिखिया। सो ये 6 शास्त्र धार्मिक ग्रंथ हैं। किसी मनुख ने 6 शास्त्र रटे होण ऐन बिल्कुल उन्होंने इत्थों तक के जबानी याद होण। 6 शास्त्र सिमरत, वैसे इन्हां दी गिनती बहुत है। ये धर्म की व्यवस्था वर्णन करदियां ने। 27 मुख ने, कई ग्रंथ 32, कई 30, कई 34 लिखियां ने। पर मुख रूप विच 27 धार्मिक वो ग्रंथ ਜਿਹੜੇ वेदां ते शास्त्रां तो अगले तीजे नंबर ते आउंदे ने, जिन्हां विच धर्म का निरूपण कीता होवे, धर्म की व्यवस्था होवे, धर्म के नियम होण, धर्म के कायदे कानून वर्णन किए होण, उन्हूं सिमरती बोलते हैं। हिंदू मत के खास करके गरुड़ पुराण है, जिवें इसे तरह ही एक ऋषि की लिखी हुई सिमरती बड़ी प्रसिद्ध है। अजकल बड़े लोग उसनूं लागू करने वास्ते फिरदे, उहदा नाम है मनु सिमरती। मनु सिमरती दे विच हिंदू मत के तकरीबन सारे विधि विधान लिखे, उन्हां दी व्यवस्था वर्णन की है। इस तरह दीयां 27 सिमरतियां हन मुख रूप विच। वेद 4 धार्मिक मुख ग्रंथ, जिन्हां तो अगे सारे ग्रंथ उन्हां दी व्याख्या हुई, उन्हां दा विस्तार होया। सब तो पुरातन वेद जुजर वेद नूं कहिंदे हन। आम लिखतां विच मिलदा 5,500 साल तो भी पुराना वो ग्रंथ है। ये अंदाजे हैं, पता नहीं कदों दे वो लिखे गए। जुजर वेद, अथर्वण वेद, ऋग्वेद। ऋग्वेद बारे भी बड़ा जिक्र है कि सब तो पुरातन ये ग्रंथ है। कोई कहता जी जुजर है। सो ये ग्रंथों में ऐसा है कि ऋग्वेद सब तो पहला वेद है। सो इस तरह शाम वेद है। ये 4 वेद हैं, ऋग्वेद, शाम वेद, जुजर वेद ते अथर्वण वेद। वेद 4 वेद मुख आगर विचों ऐड़ा निकलदा है, मुख दे अगे विचरे कहंदे विचारदा होवे, भाव उहनूं जुबानी कंठ होण, जुबानी याद होण। मूँह तो विचारदा होवे, जुबानी पढ़दा होवे। सौखा नहीं है वेदां नूं, सिमरतियां नूं, शास्त्रां नूं याद करना। जपजी साहिब भी याद करना साडे वास्ते बड़ा औखा। पर इहो जे बंदे सन। हैगी इस संसार विच रावण बारे जिक्र मिलदा कि उन्होंने 4 वेद जुबानी याद सन। अक्सर रोज़ नितनेम करदा होवेगा फिर ही याद सन। ते जिहड़ा किते महीने मस्सिया पढ़े उन्होंने थोड़ा कुछ याद रहिंदा है। वो नितनेमी अभ्यासी होवेगा रावण। एक बचन गुरु अर्जन देव पातशाह का है, जिस दे अंदर सतगुरु पातशाह ने ये मुखागर विचरे वाला भाव वर्णन किया है। अत सुंदर कुलीन चतर मुख ज्ञानी। मुख ज्ञानी का अर्थ कि मूँह का ज्ञानी। बहुत ज्ञानवान होवे, गल भुंजे ना डिगन दवे, दूजे की वारी ना आउण दवे। इन्ने दृष्टांत प्रमाण उदाहरणा साखियां उसनूं याद होण। मुख ज्ञानी धनवंत। आ 5 गुण किसी आम व्यक्ति च नहीं मिलणगे, पर कहंदे रावण विच सन। अत सुंदर, बड़ा सरीरक तौर ते सोहना सी। कुलीन, ब्राह्मण कुल विच उहदा जन्म होया। फिर किहड़ी कुल सी? उहदा दादा पुनसत्या रेखी, उहदा प्यो बिशरवा रेखी, रिखियां दा घराना। 27 सिमरतियां विचों एक सिमरती का नाम पुनसत्या सिमरती ਉਹਦੇ दादे की लिखी है। सो बिशरवा रेखी ਜਿਹੜੇ 7 रेखी उन्हां विच ਉਹਦੀ गिनती है बिशरवा रेखी की। ਉਹਦਾ पुत्र सी रावण। फिर कुबेर का भरा। ਇਹੋ ਜਿਹੇ ਘਰਾਣੇ ਵਿੱਚ ਕੋਈ ਜਨਮ ਲੈ ਲਵੇ। ਅਤ ਸੁੰਦਰ ਕੁਲੀਨ ਹੁੰਦੀ ਉੱਚੀ ਕੁੱਲ। ਉੱਚੀ ਕੁੱਲ ਵਿੱਚ ਹੋਵੇ ਚਤਰ, ਬੜਾ ਚਤਰ ਚਲਾਕ ਚੁਸਤ ਹੋਵੇ। ਹੁਣ ਸਾਧੂ ਦਾ ਭੇਖ ਆਮ ਬੰਦਾ ਥੋੜ੍ਹਾ ਬਣਾ ਸਕਦਾ ਸੀ। ਜਿਹਨੂੰ ਚਲਾਕੀਆਂ ਚੁਸਤੀਆਂ ਕਰਨੀਆਂ ਹੁੰਦੀਆਂ ਉਹੀ ਬਣਾ ਸਕਦਾ ਸੀ ਕਿ ਭਿਕਸ਼ਾ ਦੇ ਹੀ ਕਹਿ ਕੇ ਸਾਧੂਆਂ ਵਾਲਾ ਲਿਬਾਸ ਸੀਤਾ ਜੀ ਨੂੰ ਛਾਲਣਾ। ਇਹ ਚਤਰ ਬੰਦਿਆਂ ਦੀ ਗੱਲ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ।
ਚਾਰ ਵੇਦ ਕਹਿੰਦੇ ਰਾਵਣ ਨੂੰ ਜਵਾਨੀ ਜਾਤ ਸਨ। ਫਿਰ ਪੰਜਵਾਂ ਗੁਣ ਹੈ ਧਨਵੰਤ ਦਾ ਅਰਥ ਹੁੰਦਾ ਅਮੀਰ ਹੋਣਾ। ਬਾਣੀ 'ਚ ਲਿਖਿਆ ਲੰਕਾ ਗੜ ਸੋਨੇ ਕਪੈ, ਗੜ ਦਾ ਅਰਥ ਕਿਲਾ, ਕਿਲੇ ਸੋਨੇ ਦੇ ਨਾਲ ਮੜੇ ਸਨ। ਇੰਨਾ ਜ਼ਿਆਦਾ ਉਹਦੇ ਕੋਲ ਧਨ ਮਾਲ ਸੰਪਤੀ ਸੀ, ਕਿਸੇ ਪੱਖ ਤੋਂ ਅਧੂਰਾ ਨਹੀਂ ਸੀ। ਇਹ ਪੰਜ ਗੁਣ ਕਹਿੰਦੇ ਰਾਵਣ 'ਚ ਮਿਲਦੇ ਸਨ। ਪਰ ਮੂਰਖ ਰਾਵਣ ਕਿਆ ਲੈ ਗਿਆ, ਮੂਰਖਪੁਣਾ ਕੀਤਾ ਜਦੋਂ ਪਰਾਇਆ ਘਰ ਤੱਕਿਆ। ਸੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਮੁਖਾਗਰ ਵਿਚਰੇ, ਜਿਹੜੇ ਗ੍ਰੰਥਾਂ ਦਾ ਜ਼ਿਕਰ ਕੀਤਾ ਨੇ, ਸਾਸਤ ਸ਼ਾਸਤਰ ਸਿਮਰਤੀਆਂ ਤੇ ਵੇਦ ਚਾਰ ਧਾਰਮਿਕ ਮੁੱਖ ਗ੍ਰੰਥ, ਇਹ ਕਿਸੇ ਨੂੰ ਮੁਖਾਗਰ ਵਿਚਰੇ ਮੂੰਹ ਜ਼ਬਾਨੀ ਯਾਦ ਹੋਣ, ਕੰਠ ਹੋ ਜਾਣ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਪੁਰਾਣੇ ਸਮੇਂ ਜਿਹੜੇ ਤਪੀ ਸਨ, ਤਪ ਕਰਨ ਨੂੰ ਤਪਾ ਜੀ ਬੋਲ ਦਿੰਦੇ ਸਨ। ਤਪੇ ਜਿਹੜੇ ਸਰੀਰ ਨੂੰ ਤਪਾਉਣ ਵਾਲੇ ਨੇ, ਭਾਵੇਂ ਉਹ ਜਲ ਧਾਰੇ ਕਰਨ ਸਿਆਲ ਦੇ ਮੌਸਮ ਵਿੱਚ, ਭਾਵੇਂ ਅੱਜ ਕੱਲ੍ਹ ਧੂਣੀਆਂ ਲਾਉਣ ਗਰਮੀ ਦੇ ਮੌਸਮ 'ਚ। ਤਪੇ ਤਪੀਸਰ, ਤਪੀਸਰ ਤਪਸਵੀ ਜਿਹੜੇ ਤਪ ਕਰਦੇ ਨੇ। ਤਪੇ ਜੋਗੀਆ, ਜੋਗੀ ਲੋਕ, ਸਮਾਧੀਆਂ ਲਾਉਣ ਵਾਲੇ, ਤੀਰਥ ਗਮਨ ਕਰਨ ਵਾਲੇ, ਸੰਨਿਆਸੀ ਲੋਕ, ਜੰਗਮ ਲੋਕ, ਸਰੇਵੜੇ ਲੋਕ। ਤੀਰਥਾਂ ਤੇ ਗਮਨ ਹੁੰਦਾ ਜਾਣਾ, ਚੱਲਣਾ ਫਿਰਨਾ, ਤੀਰਥਾਂ ਤੇ ਭੌਂਦੇ ਫਿਰਦੇ ਹਨ ਜਿਹੜੇ। ਹਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ। ਖਾਟ ਦਾ ਅਰਥ ਹੁੰਦਾ ਛੇ ਕਰਮ। ਗ੍ਰੰਥਾਂ ਵਿੱਚ ਇਹ ਵਰਣਨ ਨੇ, ਵਿਦਿਆ ਪੜ੍ਹਨੀ ਪੜ੍ਹਾਉਣੀ, ਜਗ ਕਰਨਾ ਕਰਾਉਣਾ, ਦਾਨ ਦੇਣਾ ਤੇ ਲੈਣਾ, ਇਹ 6 ਕਰਮ ਹਨ। ਵੈਸੇ ਬ੍ਰਾਹਮਣ ਦੇ ਹੀ ਸਾਰੇ ਲਿਖੇ, ਸ਼ੂਦਰ ਨੂੰ ਨਹੀਂ ਦਿੱਤਾ ਕੋਈ ਵੀ। ਸੋ ਇਹ ਜਿਹੜੇ 6 ਕਰਮ ਹਨ, ਇਹ ਖਾਟ ਕਰਮਾਂ 6 ਕਰਮਾਂ ਤੇ ਦੁੱਗਣੇ 2 ਗੁਣੇ, ਤੇ ਦੁੱਗਣੇ ਤੋਂ ਭਾਵ 12 ਹੋ ਗਏ। 6 ਤੇ 6 12 ਹੋ ਗਏ। 12 ਕਿਹੜੇ? ਪੂਜਾ ਕਰਤਾ ਨਹਾਏ, 2 ਤਾਂ ਇੱਥੇ ਗਿਣ ਦਿੱਤੇ ਨੇ। ਇਸ਼ਨਾਨ ਕਰਨਾ, ਪੂਜਾ ਕਰਨੀ, ਹਵਨ ਕਰਨਾ, ਇਸੇ ਤਰ੍ਹਾਂ ਹੀ ਤੀਰਥ ਗਮਨ ਕਰਨਾ, ਇਹ ਵੀ ਇਹਦੇ ਵਿੱਚ ਆਉਂਦਾ ਹੈ ਦੁੱਗਣੇ ਕਰਮਾਂ ਦੇ ਵਿੱਚ। ਜਗ ਕਰਨਾ। ਸੋ ਇਸ ਤਰ੍ਹਾਂ ਦੇ ਇਹ 6 ਕਰਮ ਵੱਖਰੇ ਗਿਣੇ ਜਾਂਦੇ ਨੇ ਪਹਿਲੇ 6 ਕਰਮਾਂ ਤੋਂ। ਸੋ 6 ਕਰਮ ਕਰਦਾ ਕਰਦਾ ਮਨੁੱਖ ਦੂਣੇ ਕਰਮ ਭਾਵ 12 ਕਰਮ ਕਰ ਲਵੇ, ਪੂਜਾ ਕਰੇ ਦੇਵਤੇ ਦੀ, ਤੇ ਇਸੇ ਤਰ੍ਹਾਂ ਨਹਾਏ, ਸਵੇਰੇ ਉੱਠ ਕੇ ਨਹਾ ਲਵੇ ਜਾਂ 68 ਤੀਰਥਾਂ ਦੇ ਇਸ਼ਨਾਨ ਕਰ ਲਵੇ। ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਰੰਗ ਦਾ ਅਰਥ ਹੈ ਪ੍ਰੇਮ। ਰੰਗ ਨਾ ਲੱਗੀ, ਪ੍ਰੇਮ ਨਾ ਲੱਗੀ, ਨਹੀਂ ਲੱਗਿਆ ਕਿਹਦੇ ਨਾਲ? ਪਾਰ ਬ੍ਰਹਮ, ਜਿਹੜਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਪਰਮਾਤਮਾ ਅਕਾਲ ਪੁਰਖ, ਉਹਦੇ ਨਾਲ ਜੇਕਰ ਰੰਗ ਨਾ ਲੱਗੀ, ਪ੍ਰੇਮ ਨਹੀਂ ਲੱਗਾ, ਪ੍ਰੀਤ ਨਹੀਂ ਲੱਗੀ, ਪਿਆਰ ਸਨੇਹ ਮੁਹੱਬਤ ਨਹੀਂ ਬਣੀ, ਸਰਪਰ ਦਾ ਅਰਥ ਹੁੰਦਾ ਜ਼ਰੂਰ ਬਰ ਜ਼ਰੂਰ। ਸ਼ੱਕ ਵਾਲੀ ਗੱਲ ਹੀ ਕੋਈ ਨਹੀਂ। ਇੱਕ ਹੁੰਦਾ ਨਾ ਸ਼ੱਕ ਹੁੰਦਾ, ਭਰਮ ਜਿਹਾ, ਸੰਦੇਹ ਜਿਹਾ ਹੁੰਦਾ ਕਿ ਪਤਾ ਨਹੀਂ। ਇੱਕ ਬਿਲਕੁਲ ਸੱਚ, ਉਹਨੂੰ ਕਹਿੰਦੇ ਸਰਪਰ। ਸਰਪਰ ਮੈਥੇ ਆਵਨਾ ਮਰਨੋ ਨਾ ਡਰਿਆਹੋ। ਬਾਬਾ ਕਬੀਰ ਸਾਹਿਬ ਕਹਿੰਦੇ ਗੁਰ ਨਿਮਾਨੀ ਛੱਡ ਕਰੇ ਨੇ ਘਰਿਆ ਘਰ ਆਓ। ਸਰਪਰ ਮੈਥੇ ਆਵਨਾ, ਜ਼ਰੂਰ ਪਰ ਜ਼ਰੂਰ ਤੂੰ ਮੇਰੇ ਵਿੱਚ ਹੀ ਆ ਕੇ ਪੈਣਾ। ਕਿਉਂਕਿ ਮੁਸਲਮਾਨ ਕਬਰ ਵਿੱਚ ਹੀ ਦਫਨਾਏ ਜਾਂਦੇ, ਉਹ ਸੰਸਕਾਰ ਨਹੀਂ ਕਰਦੇ। ਇਸ ਵਾਸਤੇ ਸਰਪਰ ਸ਼ਬਦ ਵਰਤਿਆ, ਜ਼ਰੂਰ ਪਰ ਜ਼ਰੂਰ। ਸਰਪਰ ਨਰਕੇ ਜਾਏ, ਜ਼ਰੂਰ ਪਰ ਜ਼ਰੂਰ ਨਰਕੇ ਜਾਇਓ। ਨਰਕਾਂ ਵਿੱਚ ਜਾਏ ਜਾਂਦਾ ਹੈ, ਨਰਕਾਂ ਵਿੱਚ ਉਹ ਜਾਣਾ ਕਰੇਗਾ। ਆਹ ਜਿਹੜੇ ਉੱਪਰ ਸਾਰੇ ਕਰਮ ਦੱਸੇ, ਭਾਵੇਂ ਉਹ ਕਰਦਾ ਹੋਵੇ, ਸ਼ਾਸਤਰਾਂ ਦਾ, ਵੇਦਾਂ ਦਾ, ਸਿਮਰਤੀਆਂ ਦਾ ਗਿਆਤਾ ਹੋਵੇ, ਸਭ ਕੁਛ ਦੇ ਅਰਥ ਜਾਣਦਾ ਹੋਵੇ, ਜ਼ਬਾਨੀ ਯਾਦ ਹੋਵੇ, ਤਪਸਵੀ ਰਖੀਸਰ ਹੋਵੇ, ਜੋਗੀ ਹੋਵੇ, ਤੀਰਥ ਯਾਤਰੀ ਹੋਵੇ, 6 ਕਰਮ ਛੱਡ ਕੇ 12 ਕਰ ਲਵੇ। ਜੇਕਰ ਅਕਾਲ ਪੁਰਖ ਦਾ ਪ੍ਰੇਮ ਪਿਆਰ ਪ੍ਰੀਤ ਨਹੀਂ ਨਾ ਲੱਗੀ, ਸਾਹਿਬ ਕਹਿੰਦੇ ਇਹੋ ਜਿਹਾ ਬੰਦਾ ਭਾਵੇਂ ਜਿੰਨਾ ਮਰਜ਼ੀ ਵਿਦਵਾਨ ਹੋਵੇ, ਉਹ ਜ਼ਰੂਰ ਪਰ ਜ਼ਰੂਰ ਨਰਕਾਂ ਵਿੱਚ ਜਾਵੇਗਾ। ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ।
ਸੋ ਹੁਣ ਰਾਜਸੀ ਠਾਠ ਬਾਠ ਦਾ ਜ਼ਿਕਰ ਕਰ ਰਹੇ ਨੇ। ਰਾਜ ਭਾਗ ਦੇ ਮਾਲਕ ਹੋ ਜਾਣਾ। ਮਿਲਖ ਕਹਿੰਦੇ ਸਨ ਜਾਇਦਾਦ ਜਗੀਰਾਂ ਨੂੰ। ਜਗੀਰਾਂ ਦੇ ਮਾਲਕ ਮਿਲਖੀ ਖਵਾਉਂਦੇ ਸਨ। ਮਿਲਖ ਜਿਨ੍ਹਾਂ ਕੋਲ ਜਾਇਦਾਦ ਧਨ ਸੰਪਤੀ ਬਹੁਤ ਨੇ ਉਹ ਮਿਲਖ। ਸਿਕਦਾਰੀਆ ਕਹਿੰਦੇ ਸਰਦਾਰਾਂ ਨੂੰ, ਜਿਹੜੇ ਆਪਣੇ ਆਪ ਨੂੰ ਖਾਨ ਬਹਾਦਰ ਸਰਦਾਰ ਖਵਾਉਂਦੇ ਸਨ। ਰਸ ਭੋਗਨ ਵਿਸਥਾਰ, ਇਹੋ ਜਿਹੇ ਰਸ ਭੋਗਨ ਵਿਸਥਾਰ, ਬੜਾ ਖਲਾਰਾ ਹੋਵੇ ਉਹਨਾਂ ਦੇ ਰਸਾਂ ਦਾ, ਪਤਾ ਨਹੀਂ ਦਿਹਾੜੀ 'ਚ ਕੀ ਕੁਛ ਬਣ ਜਾਵੇ ਤੇ ਕੀ ਕੁਛ ਛਕਣ। ਸੋ ਇਸ ਤਰ੍ਹਾਂ ਕਈ ਤਰ੍ਹਾਂ ਦੇ ਰਸਾਂ ਨੂੰ ਭੋਗਦੇ ਹੋਣ। ਰਸਾਂ ਨੂੰ ਭੋਗਣ ਦਾ ਵਿਸਥਾਰ ਦਾ ਅਰਥ ਹੈ ਵਿਸਥਾਰ, ਖਲਾਰਾ ਖਲਾਰਿਆ ਹੋਵੇ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ। ਹੁਣ ਕਈ ਤਾਂ ਵਿਚਾਰੇ ਕੁਟੀਆਂ ਵਿੱਚ ਹੀ ਸਾਰਾ ਜ਼ਿੰਦਗੀ ਜੀਵਨ ਕੱਢ ਜਾਂਦੇ। ਕਈ ਕਹਿੰਦੇ ਖੁੱਲਾ ਘਰ ਹੋਵੇ ਤੇ ਬਾਗ ਵੀ ਲੱਗਾ ਹੋਵੇ, ਸੈਰ ਵੀ ਕਰੀਏ, ਟਹਿਲੀਏ ਵੀ ਬਾਗਾਂ ਦੇ ਵਿੱਚ। ਬਾਗ ਦੋ ਅਰਥ ਰੱਖਦੇ। ਇੱਕ ਤਾਂ ਬਾਗ ਜਿਹੜੇ ਧਰਤੀ ਤੇ ਲਾਏ ਜਾਂਦੇ ਨੇ, ਇੱਕ ਬਾਗ ਉਸ ਕੱਪੜੇ ਦਾ ਨਾਮ ਹੁੰਦਾ ਜਿਹਦੇ 'ਚ ਫੁੱਲ ਬੂਟੇ ਪਾਏ ਜਾਣ, ਉਹਨੂੰ ਬਾਗ ਕਹਿੰਦੇ ਸਨ। ਇੱਥੇ ਹੈ ਜਿਹੜਾ ਬਾਗ ਜਿਹਦੇ 'ਚ ਸੈਰ ਕੀਤੀ ਜਾਵੇ, ਫੁੱਲ ਬੂਟਿਆਂ ਵਾਲਾ ਬਾਗ। ਬਾਗ ਸੁਹਾਵੇ ਸੋਹਣੇ, ਬੜੇ ਸੁਹਾਵਣੇ ਸ਼ੋਭਨੀਕ ਸੋਹਣੇ ਬਾਗ ਹੋਣ, ਉਹਨਾਂ ਦੀ ਸੈਰ ਕਰਦਾ ਹੋਵੇ। ਚੱਲੇ ਹੁਕਮ ਅਫਾਰ, ਇਹੋ ਜਿਹਾ ਹੁਕਮ ਚੱਲਦਾ ਹੋਵੇ ਜਿਹੜਾ ਅਫਾਰ ਦਾ ਅਰਥ ਹੈ ਅਮੋੜ, ਕੋਈ ਹੁਕਮ ਮੋੜ ਹੀ ਨਾ ਸਕੇ। ਆਫਰ ਕੇ ਤੁਰਦਾ ਹੋਵੇ, ਐਨ ਆਫਰਿਆ ਹੋਵੇ, ਫੂਹ ਹੋਈ ਹੋਵੇ ਹੰਕਾਰ ਦੇ ਨਾਲ, ਤੇ ਬੜਾ ਅਵੈੜਾ ਹੋ ਕਰਕੇ ਤੁਰੇ, ਉਹਦਾ ਹੁਕਮ ਕੋਈ ਮੋੜ ਨਾ ਸਕੇ। ਉਹਦਾ ਹੁਕਮ ਸਾਰਿਆਂ ਤੇ ਚੱਲਦਾ ਹੋਵੇ, ਬਾਗਾਂ ਦੀ ਸੈਰ ਕਰਨ ਵਾਲਾ ਹੋਵੇ। ਰੰਗ ਤਮਾਸ਼ੀ ਬਹੁ ਵਿਧੀ ਚਾਏ ਲੱਗ ਰਹਿਆ। ਦੁਨੀਆ ਵਾਲੇ ਰੰਗ ਤਮਾਸ਼ੇ ਬਹੁ ਵਿਧੀ, ਬਹੁਤ ਤਰ੍ਹਾਂ ਦੇ, ਬਹੁ ਵਿਧ ਦਾ ਅਰਥ ਹੁੰਦਾ ਤਰ੍ਹਾਂ ਦੇ, ਢੰਗ ਤਰੀਕਿਆਂ ਦੇ, ਜਿਨ੍ਹਾਂ ਦੇ ਵਿੱਚ ਲਾ ਕੇ ਚਾਏ ਲੱਗ ਰਿਹਾ, ਚਾਅ ਨਾਲ ਰੰਗ ਲੱਗ ਰਿਹਾ ਹੈ। ਦੁਨੀਆ ਦੇ ਰੰਗ ਤਮਾਸ਼ੇ ਵੇਖਣ 'ਚ ਬੜਾ ਚਾਅ ਹੈ, ਬੜਾ ਉਤਸ਼ਾਹ ਦੇ ਨਾਲ ਜਿਨ੍ਹਾਂ ਦੇ ਵਿੱਚ ਲੱਗ ਰਿਹਾ, ਜੁੜ ਰਿਹਾ ਹੈ। ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਇਹੋ ਜਿਹੇ ਵਿਅਕਤੀ ਨੂੰ, ਸ਼ਾਹੀ ਰਾਜਸੀ ਠਾਠ ਬਾਠ ਵਾਲੇ ਨੂੰ ਚਿੱਤ ਨਾ ਆਇਓ, ਨਹੀਂ ਚੇਤੇ ਆਇਆ, ਯਾਦ ਆਇਆ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਨਹੀਂ ਨਾ ਚੇਤੇ ਆਇਆ, ਤਾਂ ਸਰਪ ਕੀ ਜੂਨ ਗਿਆ, ਉਹ ਸੱਪ ਦੀ ਜੂਨ ਵਿੱਚ ਗਿਆ, ਚਲਿਆ ਗਿਆ। ਭਾਵ ਉਹ ਸੱਪ ਦੀ ਜੂਨ ਵਿੱਚ ਪੈਂਦਾ ਹੈ। ਫਿਰ ਮਾਰ ਕੇ ਕੁੰਡਲ ਗੁਸ਼ੀ ਬੈਠੇ ਰਹਿੰਦੇ ਸਦੀਆਂ ਤੱਕ। ਕੋਈ ਨੇੜੇ ਜਾਵੇ ਤੇ ਫੁਕਾਰੇ ਮਾਰਦੇ ਨੇ। ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਅਵਗਤ ਰੂਹਾਂ ਹਨ ਭਟਕਦੀਆਂ ਫਿਰਦੀਆਂ। ਸੱਪ ਦੀ ਉਮਰ ਬੜੀ ਲੰਮੀ ਹੁੰਦੀ। ਸੱਪ ਨੇ ਕਿਸੇ ਨੂੰ ਡੰਗਿਆ ਵੀ ਨਾ ਹੋਵੇ, ਬੰਦਾ ਪੱਥਰ ਚੁੱਕ ਲੈਂਦਾ, ਡੰਡਾ ਚੁੱਕ ਲੈਂਦਾ, ਇਹਨੂੰ ਮਾਰੋ ਦਵਾ ਦਵ। ਸੋ ਇਹੋ ਜਿਹਾ ਬੰਦਾ ਸੱਪ ਦੀ ਨਖਿੱਧ ਜੂਨ, ਤ੍ਰਿਗਤ ਜੂਨ ਮੰਨੀ ਬਾਣੀ ਦੇ ਵਿੱਚ। ਸਰਪ ਨੇ, ਕਾਕੇ, ਤੁਲ ਖਲੇ। ਸੋ ਇਹੋ ਜਿਹੀਆਂ ਜੂਨਾਂ ਦੇ ਵਿੱਚ ਸਾਹਿਬ ਕਹਿੰਦੇ ਜਿਹੜੀ ਤ੍ਰਿਗਤ ਜੂਨ ਹੈ ਨਾ, ਸੱਪ ਦੀ ਜੂਨ, ਉਸ ਜੂਨ ਵਿੱਚ ਚਲਿਆ ਗਿਆ। ਸਮਝੋ ਕਿ ਉਹ ਸੱਪ ਦੀ ਜੂਨ ਵਿੱਚ ਜਾ ਕਰਕੇ ਦੁਖੀ ਹੋਇਆ, ਸੱਪ ਦੀ ਜੂਨ ਵਿੱਚ ਪੈਂਦਾ ਹੈ। ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ। ਇਸ ਬੰਦ ਦੇ ਅੰਦਰ ਸਮਾਜੀ ਬੰਦੇ ਦਾ ਜ਼ਿਕਰ ਕੀਤਾ ਹੈ, ਜਿਹੜਾ ਬੜੇ ਨੇਕ ਚੰਗੇ ਤੇ ਉੱਤਮ ਕਰਮ ਕਰਦਾ, ਦੁਨੀਆ ਵਿੱਚ ਵਾਹ ਵਾਹ ਖੱਟਦਾ ਹੈ। ਬਹੁਤ ਜ਼ਿਆਦਾ ਧਨਾੜ ਅਮੀਰ ਹੋਵੇ, ਅਚਾਰਵੰਤ ਕਹਿੰਦੇ ਚੰਗੇ ਆਚਰਨ ਦਾ ਮਾਲਕ ਹੋਵੇ, ਜੀਵਨ ਵਧੀਆ ਹੋਵੇ। ਕਈ ਕਹਿੰਦੇ ਜੀ ਅੰਦਰ ਸੁੱਚਾ ਚਾਹੀਦਾ ਹੈ। ਸਿੱਖੀ ਵਿੱਚ ਕੀ ਰੱਖਿਆ ਤੇ ਆ ਸੁਣ ਲੈਣ ਧਿਆਨ ਦੇ ਨਾਲ। ਜਿਹੜੇ ਇਹ ਤਰਕਾਂ ਪਰਕਾਂ ਕਰਦੇ ਨੇ, ਬਹੁਤਾ ਅਮੀਰ ਹੋਵੇ ਤੇ ਅਮੀਰ ਨਹੀਂ ਹੁਣ ਦਾਨ ਪੁੰਨ ਕਰਨਾ। ਆਚਾਰਵੰਤ ਜਿਹਦਾ ਜੀਵਨ ਸੁੱਚਾ ਹੋਵੇ, ਚੰਗੇ ਕਰਮ ਕਰਦਾ ਹੋਵੇ, ਸੋਭਾ ਵਾਲਾ, ਲੋਕ ਆਪ ਹੀ ਸ਼ੋਭਾ ਕਰਨ ਜੀ ਬੰਦਾ ਬੜਾ ਆਚਾਰੀ ਹੈ, ਉੱਚੇ ਆਚਰਨ ਵਾਲਾ ਹੈ। ਨਿਰਮਲ ਰੀਤ ਦਾ ਮਾਲਕ ਹੋਵੇ। ਰੀਤ ਦਾ ਅਰਥ ਹੁੰਦਾ ਰੀਤੀ ਮਰਿਆਦਾ, ਜੀਵਨ ਦਾ ਨਿਯਮ ਬੜਾ ਨਿਰਮਲ ਤੇ ਪਵਿੱਤਰ ਹੋਵੇ। ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪਰੀਤ। ਆਪਣੀ ਮਾਤਾ ਪਿਤਾ ਦਾ ਆਗਿਆਕਾਰੀ ਪੁੱਤਰ ਹੋਵੇ, ਸੁੱਤ ਭਾਈਆਂ, ਸੁੱਤ ਪੁੱਤਰਾਂ ਨਾਲ, ਭਾਈਆਂ ਭਰਾਵਾਂ ਦੇ ਨਾਲ, ਸਾਜਨ ਸੱਜਣਾ ਨਾਲ ਸੰਗ ਪ੍ਰੀਤ ਪਿਆਰ ਹੋਵੇ।
ਇਹੋ ਜਿਹੇ ਬਾਪ ਵੀ ਹੈਗੇ ਨੇ, ਪੁੱਤਰ ਦਾ ਕਤਲ ਵੀ ਕਰ ਦਿੰਦੇ ਨੇ, ਪੁੱਤਰ ਬਾਪ ਦਾ ਕਤਲ ਕਰ ਦਿੰਦੇ ਨੇ, ਮਾਂ ਬਾਪ ਘਰੋਂ ਕੱਢੇ ਬਿਰਧ ਆਸ਼ਰਮਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਜ਼ਿਕਰ ਨਹੀਂ ਹੈ। ਜਿਹੜੇ ਬੰਦੇ ਸਮਾਜੀ ਹਨ, ਜਿਨ੍ਹਾਂ ਦੀ ਕੋਈ ਚੜ੍ਹਤ ਹੈ, ਕੋਈ ਸਮਾਜ ਅੰਦਰ ਇੱਜ਼ਤ ਪੱਤ ਹੈ, ਉਹਦਾ ਜ਼ਿਕਰ ਕਰ ਰਹੇ ਨੇ ਕਿ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਮਾਤਾ ਪਿਤਾ ਨਾਲ ਚੰਗਾ ਵਰਤਾਓ ਕਰਦਾ ਹੋਵੇ। ਲਸਕਰ ਤਰਕਸ ਬੰਦ ਬੰਦ, ਜੀਓ ਜੀਓ ਸਗਲੀ ਕੀਤ। ਲਸਕਰ ਕਹਿੰਦੇ ਫੌਜਾਂ ਨੂੰ, ਫੌਜਾਂ ਰੱਖੀਆਂ ਹੋਣ। ਤਰਕਸ ਨਾਮ ਹੈ ਪੱਥੇ ਦਾ, ਬੰਦ ਨਾਮ ਹੈ ਬੰਨਣ ਦਾ। ਤਰਕਸ ਬੰਦ, ਪੱਥਾ ਤੀਰਾਂ ਨਾਲ ਭਰਿਆ, ਲੱਕ ਨਾਲ ਬੱਧਾ ਹੋਵੇਗਾ, ਮੋਢੇ ਪਾ ਕਰਕੇ। ਭਾਵ ਅਰਥ ਹੈ ਤਰਕਸ ਬੰਦ ਦਾ ਤਿਆਰ ਬਰਤਿਆਰ, ਸਨੱਧ ਬੱਧ ਸੂਰਮਾ। ਇਹੋ ਜਿਹੇ ਲਸ਼ਕਰ ਸੂਰਮੇ ਤਿਆਰ ਬਰਤਿਆਰ ਹੋਣ। ਜੀਓ ਜੀਓ ਸਗਲੇ ਕੀਤ, ਆਓ ਜੀ ਸਭ ਜੀ। ਇਹੋ ਜਿਹੇ ਲਫ਼ਜ਼ਾਂ ਦੇ ਨਾਲ ਉਹ ਫੌਜ ਵਾਲੇ ਸਿਪਾਹੀ, ਉਹਦੇ ਆਗਿਆਕਾਰ ਬੰਦੇ ਸਾਰੇ ਉਹਦਾ ਜੀਓ ਜੀਓ ਕਰਕੇ ਸਗਲੇ ਕੀਤ ਸਾਰੇ ਉਹਦਾ ਸਤਿਕਾਰ ਅਦਬ ਕਰਦੇ ਹੋਣ। ਚਿਤ ਗਾਇਓ ਪਾਰ ਬ੍ਰਹਮ, ਤਾਂ ਖਾੜ ਰਸਾਤਲ ਦੀਤ। ਇਹੋ ਜਿਹੇ ਮਨੁੱਖ ਨੂੰ ਜੇਕਰ ਚੇਤੇ ਨਹੀਂ ਆਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਰ ਬ੍ਰਹਮ ਨਹੀਂ ਯਾਦ, ਤਾਂ ਸਾਹਿਬ ਕਹਿੰਦੇ ਖੜ ਦਾ ਅਰਥ ਹੈ ਲਿਜਾਇਆ ਜਾਣਾ। ਕਿੱਥੇ ਲਿਜਾਇਆ ਜਾਂਦਾ? ਰਸਾਤਲ, ਛੇਵੇਂ ਹੇਠਲੇ ਪਤਾਲ ਦਾ ਨਾਮ ਹੈ ਰਸਾਤਲ, ਜਿੱਥੇ ਦੈਂਤਾਂ ਦਾ ਵਾਸਾ ਮੰਨਿਆ ਜਾਂਦਾ ਹੈ। ਦੈਂਤ ਬੁੱਧੀ ਵਾਲੇ ਲੋਕ ਰਹਿੰਦੇ ਨੇ। ਖੜ ਰਸਾਤਲ ਦੀਤ, ਕਿੱਥੇ ਜਾ ਕੇ ਨੂੰ ਦਿੱਤਾ ਜਾਂਦਾ ਹੈ? ਜਿਹੜਾ ਰਸਾਤਲ ਛੇਵਾਂ ਹਿੱਸਾ ਹੈ, ਹੇਠਲਾ ਜਿਹੜਾ ਧਰਤੀ ਦੇ ਹੇਠਲੇ ਪਾਸੇ ਵਾਲਾ, ਜਿਹੜੀ ਛੇਵੀਂ ਥਾਂ ਹੈ, ਛੇਵੀਂ ਜਗ੍ਹਾ ਉਹਨੂੰ ਰਸਾਤਲ ਕਹਿੰਦੇ ਨੇ। ਭਾਵ ਅਧੋਗਤੀ, ਨੀਵਾਂ ਪਾਸਾ। ਸੋ ਉੱਥੇ ਜਾ ਕਰਕੇ ਉਸ ਨੂੰ ਸੁੱਟਿਆ ਜਾਂਦਾ ਹੈ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਹੁਣ ਉਸ ਬੰਦੇ ਦਾ ਜ਼ਿਕਰ ਕੀਤਾ ਜਿਹੜਾ ਸਦਾ ਹੀ ਠੀਕ ਠਾਕ ਰਹਿੰਦਾ ਹੈ, ਸਰੀਰਕ ਪੱਖ ਤੋਂ ਵੀ, ਹਰ ਤਰ੍ਹਾਂ ਦੇ ਨਾਲ, ਸਮਾਜ ਦੇ ਵਿੱਚ ਵੀ। ਕਾਇਆ ਰੋਗ, ਸਰੀਰ ਕਾਇਆ ਨੂੰ ਕੋਈ ਕਿਸੇ ਤਰ੍ਹਾਂ ਦਾ ਰੋਗ ਬਿਮਾਰੀ ਨਾ ਹੋਵੇ। ਛਿਦਰ ਹੁੰਦੇ ਛੇਕ, ਘਾਟਾਂ ਜੀਵਨ ਦੀਆਂ ਕਿਛ ਵੀ ਨਾ ਹੋਵੇ। ਨਾ ਕਾੜਾ ਸੋਗ, ਚਿੰਤਾ ਫਿਕਰ ਸੋਗ ਝੋਰਾ ਗਮ ਕੋਈ ਨਾ ਵਿਆਪਦਾ ਹੋਵੇ। ਮਿਰਤ ਨਾ ਆਵੇ ਚਿਤ ਤਿਸ, ਅਹਨਿਸ ਭੋਗੈ ਭੋਗ। ਉਸ ਬੰਦੇ ਨੂੰ ਕਦੀ ਮੌਤ ਚੇਤੇ ਨਾ ਆਉਂਦੀ ਹੋਵੇ। ਮਿਰਤ ਦਾ ਨਾਮ ਹੈ ਮੌਤ। ਮੌਤ ਕਦੀ ਯਾਦ ਹੀ ਨਾ ਹੋਵੇ ਤੇ ਅਹਨਿਸ ਰਾਤ ਇਹਨੂੰ ਭੋਗਾਂ ਨੂੰ ਭੋਗਣ ਵਿੱਚ ਲੱਗਾ ਹੋਵੇ। ਸਭ ਕਿਛ ਕੀਤੋਨ ਆਪਣਾ, ਜੀ ਨਾ ਸੰਕ ਧਰਿਆ। ਸਾਰਾ ਕੁਝ ਉਸਨੇ ਆਪਣਾ ਕਰ ਲਿਆ, ਬਣਾ ਲਿਆ ਹੋਵੇ ਨੇ ਜੀ। ਆਪਣੇ ਹਿਰਦੇ ਮਨ ਦੇ ਅੰਦਰ ਕਦੀ ਸੰਗ, ਕਿਸੇ ਗੱਲ ਤੋਂ ਕੋਈ ਸ਼ੰਕਾ ਸੰਦੇਹ ਤੇ ਭਰਮ ਧਰਿਆ ਧਾਰਨ ਨਾ ਕੀਤਾ ਹੋਵੇ। ਕਦੀ ਕਿਸੇ ਪਾਸਿਓਂ ਸ਼ੰਕਾ ਨਾ ਆਈ ਹੋਵੇ। ਚਿਤ ਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਇਹੋ ਜਿਹੇ ਮਨੁੱਖ ਦੇ ਜੇਕਰ ਮਾਲਕ ਪਰਮੇਸ਼ਰ ਅਕਾਲ ਪੁਰਖ ਨਹੀਂ ਚੇਤੇ ਆਉਂਦਾ, ਉਹਦਾ ਸਿਮਰਨ ਯਾਦ ਨਹੀਂ, ਤਾਂ ਸਾਹਿਬ ਕਹਿੰਦੇ ਜਮ ਕੰਕਰ ਦਾ ਅਰਥ ਹੈ, ਜਮ ਦਾ ਕੰਕਰ ਦਾਸ ਜਿਹੜਾ ਜਮਦੂਤ, ਉਹ ਜਮਦੂਤਾਂ ਦੇ ਵਸ ਪਰਿਆ, ਵਸ ਵਿੱਚ ਪੈ ਗਿਆ। ਜਮਦੂਤ ਫਿਰ ਉਹਨੂੰ ਖਿੱਚ ਧੂ ਕਰਕੇ ਖੜਦੇ, ਉਹਨਾਂ ਦੇ ਵਸ ਪਿਆ ਹੋਇਆ ਫਿਰ ਦੁਖੀ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਜਿਸ ਮਨੁੱਖ ਦੇ ਉੱਪਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਆਪਣੀ ਕਿਰਪਾ ਨਦਰੇ ਮੇਹ ਦ੍ਰਿਸ਼ਟੀ ਕਰੇ, ਉਸ ਨੂੰ ਸਾਧੂ ਸੰਗ, ਸਤਿਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ। ਜਿਉਂ ਜਿਉਂ ਉਹ ਵਧਾਈ ਐ, ਤਿਉਂ ਤਿਉਂ ਹਰ ਸਿਉ ਰੰਗ। ਉਸ ਪੂਰਨ ਮਹਾਂਪੁਰਖ ਸਤਿਗੁਰੂ ਦਾ ਸੰਗ ਜਿਹੜਾ ਨਾ, ਸੰਗਤ ਜਿਉਂ ਜਿਉਂ ਜਿਵੇਂ ਜਿਵੇਂ ਵਧਾਈਏ, ਵਧਾਉਣਾ ਕਰੀਏ। ਪਹਿਲਾਂ 10 ਮਿੰਟ ਆਏ, 20 ਮਿੰਟ ਆਏ, ਘੰਟਾ ਬੈਠੇ, 2 ਘੰਟੇ ਬੈਠੇ, ਫਿਰ ਸਾਰਾ ਦਿਨ ਹੀ ਗੁਰੂ ਕੋਲ। ਇਸ ਤਰ੍ਹਾਂ ਸਾਹਿਬ ਕਹਿੰਦੇ ਜਿਵੇਂ ਜਿਵੇਂ ਉਹ ਵਧਾਈ ਜਾਈਏ, ਸਾਧ ਸੰਗਤ ਵੱਧਦੀ ਜਾਵੇ, ਤਿਉਂ ਤਿਉਂ ਹਰ ਸਿਉ ਰੰਗ, ਤਿਵੇਂ ਤਿਵੇਂ ਹਰੀ ਦੇ ਸਿਉ ਨਾਲ ਰੰਗ ਪ੍ਰੇਮ ਲੱਗਦਾ ਜਾਂਦਾ, ਪ੍ਰੇਮ ਬਣਦਾ ਜਾਂਦਾ ਹੈ। ਦੋਹਾਂ
ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਉ। ਦੋ ਸਿਰੇ ਨੇ ਸੰਸਾਰ ਦੇ, ਇੱਕ ਮੁੱਢਲਾ ਸਿਰਾ, ਇੱਕ ਅੰਤਲਾ ਸਿਰਾ। ਸੋ ਬਾਣੀ ਅੰਦਰ ਇਹਨਾਂ ਦੋਹਾਂ ਸਿਰਿਆਂ ਦਾ ਬੜਾ ਥਾਵਾਂ ਥਾਵਾਂ ਤੇ ਜ਼ਿਕਰ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਗਸੇ ਅੰਤਰਜਾਮੀ। ਜਨਮ ਤੇ ਮੌਤ ਦੋ ਸਿਰੇ ਹਨ, ਲੋਕ ਤੇ ਪਰਲੋਕ ਦੋ ਸਿਰੇ ਹਨ, ਨਾਸਤਿਕਤਾ ਤੇ ਆਸਤਿਕਤਾ ਦੋ ਸਿਰੇ ਹਨ, ਮਨਮੁਖ ਤੇ ਗੁਰਮੁਖਤਾਈ ਦੋ ਸਿਰੇ ਹਨ। ਸੇ ਦੋ ਸਿਰੇ ਨੇ, ਇਹਨਾਂ ਦੋਹਾਂ ਸਿਰਿਆਂ ਕਾ ਖਸਮ ਆਪ, ਆਪ ਹੀ ਮਾਲਕ ਖਸਮ ਮਾਲਕ ਹੈ। ਅਵਰ ਨ ਦੂਜਾ ਥਾਉ, ਲੋਕ ਤੇ ਪਰਲੋਕ ਦਾ ਵਾਰਸ ਉਹ ਆਪ ਹੀ, ਉਸ ਤੋਂ ਬਿਨਾ ਕੋਈ ਹੋਰ ਦੂਜਾ ਥਾਂ ਜਗ੍ਹਾ ਨਹੀਂ ਹੈ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਮ। ਸੱਚਾ ਨਾਮ ਕਿਵੇਂ ਕਦੋਂ ਪ੍ਰਾਪਤ ਹੁੰਦਾ? ਸਾਹਿਬ ਕਹਿੰਦੇ ਜਦੋਂ ਸਤਿਗੁਰ ਤੁਠੇ, ਤੁਠੇ ਦਾ ਅਰਥ ਤਰੁੱਠ ਪਵੇ, ਪ੍ਰਸੰਨ ਹੋ ਜਾਏ, ਖੁਸ਼ ਹੋ ਜਾਏ, ਗੁਰੂ ਮਿਹਰਬਾਨ ਹੋ ਜਾਏ। ਗੁਰੂ ਦੇ ਮਿਹਰਬਾਨ ਹੋਣ ਤੇ ਕੀ ਮਿਲਦਾ? ਸਾਹਿਬ ਕਹਿੰਦੇ ਪਾਇਆ ਨਾਨਕ ਸੱਚਾ ਨਾਮ। ਉਹ ਨਾਮ ਪ੍ਰਾਪਤ ਹੋ ਗਿਆ, ਪਾ ਲਿਆ ਜਿਹੜਾ ਸੱਚਾ ਨਾਮ ਹੈ। ਸੱਚਾ ਦਰ ਸਦਾ ਸਥਿਰ ਰਹਿਣ ਵਾਲਾ, ਹਸਤੀ ਤੇ ਹੋਂਦ ਵਾਲਾ ਨਾਮ ਅਕਾਲ ਪੁਰਖ ਪਰਮੇਸ਼ਰ ਜੀ ਦਾ। ਉਹ ਸੱਚਾ ਨਾਮ ਸਤਿਗੁਰੂ ਦੇ ਪ੍ਰਸੰਨ ਹੋਇਆ, ਸਤਿਗੁਰੂ ਦੇ ਮਿਹਰਬਾਨ ਹੋਇਆ ਪ੍ਰਾਪਤ ਹੁੰਦਾ ਹੈ। ਗੁਰੂ ਦੀ ਕਿਰਪਾ, ਸਤਿਗੁਰੂ ਦੀ ਪ੍ਰਸੰਨਤਾ ਤੋਂ ਬਿਨਾਂ ਨਾਮ ਹਿਰਦੇ ਰੂਪੀ ਝੋਲੀ ਵਿੱਚ ਨਹੀਂ ਪੈਂਦਾ। ਜਿਨ੍ਹਾਂ ਤੇ ਸਤਿਗੁਰ ਤੁਠੈ, ਗੁਰੂ ਤੁਰਠ ਪੈ, ਉਹਨਾਂ ਗੁਰਮੁਖਾਂ ਨੇ ਪਾਇਆ, ਪ੍ਰਾਪਤ ਕਰ ਲਿਆ। ਕੀ ਪ੍ਰਾਪਤ ਕੀਤਾ? ਨਾਨਕ ਸੱਚਾ ਨਾਉ। ਉਹ ਨਾਮ ਜਿਹੜਾ ਸੱਚਾ ਹੈ, ਸਦੀਵੀ ਹੈ, ਅਟਲ ਤੇ ਹੋਂਦ ਵਾਲਾ ਹੈ। ਇਹ ਪਾਵਨ ਉਪਦੇਸ਼ ਪੰਚਮ ਗੁਰਦੇਵ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਜੀਵਨ ਦੇ ਹਰ ਪੱਖ ਨੂੰ ਛੋਹਿਆ ਹੈ ਕਿ ਜੇਕਰ ਬੰਦਾ ਦੁਖੀ, ਲਾਚਾਰ ਤੇ ਬੇਵਸ ਹੈ, ਉਹਨੂੰ ਰੱਬ ਚੇਤੇ ਆ ਜਾਏ, ਉਹਦੇ ਸਾਰੇ ਦੁੱਖ ਕੱਟੇ ਜਾਂਦੇ ਨੇ, ਸ਼ਾਂਤੀ ਮਿਲ ਜਾਂਦੀ ਹੈ, ਨਿਸ਼ਚਲ ਰਾਜ ਮਿਲ ਜਾਂਦਾ। ਜੇਕਰ ਬੰਦੇ ਕੋਲ ਸਭ ਕੁਝ ਹੋਵੇ, ਰੱਬ ਭੁੱਲ ਜਾਵੇ, ਤੇ ਉਹ ਫਿਰ ਅਧੋਗਤੀ ਵਾਲੇ ਪਾਸੇ, ਨਿਵਾਣਾ ਵਾਲੇ ਪਾਸੇ, ਨਰਕਾਂ ਵਾਲੇ ਪਾਸੇ ਤੁਰ ਜਾਂਦਾ, ਜਮਾਂ ਦੇ ਵਸ ਪੈਂਦਾ, ਸਰਪ ਦੀ ਜੂਨ ਵਿੱਚ ਪੈਂਦਾ। ਸਭ ਕੁਝ ਹੁੰਦਿਆਂ ਰੱਬ ਭੁੱਲ ਜਾਵੇ ਤੇ ਦੁੱਖ ਪੱਲੇ ਪੈਂਦੇ ਨੇ। ਦੁੱਖ ਹੋਣ ਤੇ ਮਾਲਕ ਚੇਤੇ ਆ ਜਾਏ ਤੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਸੱਚਾ ਨਾਮ ਸਤਿਗੁਰੂ ਦੀ ਕਿਰਪਾ ਪ੍ਰਸੰਨਤਾ ਦੁਆਰਾ ਮਿਲਦਾ ਹੈ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ, ਮਨ, ਬੁੱਧ, ਚਿੱਤ ਵਿੱਚ ਵਸ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਦੋਹਾਂ ਸਿਰਿਆਂ ਕਾ ਖਸਮ ਆਪ, ਆਵਰ ਨਾ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ
ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਵਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਈਸ਼ਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਨਹੁ ਸੰਤ ਹੋ, ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਾ। ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗਿਓ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਣਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਣਹਦ ਤੂਰੇ।